ਪੰਜਾਬੀ ਭਾਸ਼ਾ ਦੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਹੈ ਜੀ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਆਪਾਂ ਇਸ ਚੈਨਲ ਤੇ ਕਰ ਰਹੇ ਸੀ ਸਵੈ ਜੀਵਨੀ ਕਾਰਾਂ ਦੀ ਲੜੀ, ਜਿਸ ਦੇ ਤਹਿਤ ਅਸੀਂ ਮਾਸਟਰ ਕੇਡਰ ਦੇ ਸਿਲੇਬਸ ਅਨੁਸਾਰ ਸਾਰੇ ਸਵੈ ਜੀਵਨੀਕਾਰ ਕਰ ਚੁੱਕੇ ਹਾਂ। ਇਸ ਦੇ ਨਾਲ ਹੀ ਜੋ ਸਾਹਿਤ ਦੇ ਰੂਪ ਦੇ ਵਿੱਚੋਂ ਸਵੈ ਜੀਵਨੀ ਸਾਹਿਤ ਰੂਪ ਹੈ ਉਸ ਨਾਲ ਸੰਬੰਧਿਤ ਹਰ ਇੱਕ ਪ੍ਰਸ਼ਨ ਅਸੀਂ ਕਰ ਲਿਆ ਹੈ। ਜੇਕਰ ਤੁਸੀਂ ਉਹ ਵੀਡੀਓਜ਼ ਹਾਲੇ ਤੱਕ ਨਹੀਂ ਦੇਖੀਆਂ ਤਾਂ ਉਹਨਾਂ ਦੇ ਲਿੰਕਸ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਅਤੇ ਲਿਪੀ ਨਾਲ ਸੰਬੰਧਿਤ ਸਾਰੇ ਪ੍ਰਸ਼ਨਾਂ ਦੇ ਮੌਕ ਟੈਸਟ ਵੀ ਇਸ ਚੈਨਲ 'ਤੇ ਹੋ ਗਏ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਉਹਨਾਂ ਦੇ ਲਿੰਕਸ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ। ਅੱਜ ਆਪਾਂ ਕਰ ਰਹੇ ਹਾਂ ਸਾਹਿਤ ਦਾ ਰੂਪ, ਜਿਸ ਦਾ ਨਾਮ ਹੈ ਜੀ ਨਿੱਕੀ ਕਹਾਣੀ। ਇਸ ਤੋਂ ਪਹਿਲਾਂ ਸਵੈ ਜੀਵਨੀ ਕਰ ਚੁੱਕੇ ਹਾਂ, ਅੱਜ ਦੂਸਰਾ ਸਾਹਿਤ ਦਾ ਰੂਪ ਕਰ ਰਹੇ ਹਾਂ ਨਿੱਕੀ ਕਹਾਣੀ। ਕਰਦੇ ਹਾਂ ਜੀ ਸਟਾਰਟ ਆਪਣਾ ਅੱਜ ਦਾ ਲੈਕਚਰ। ਨਿੱਕੀ ਕਹਾਣੀ ਵਰਤਮਾਨ ਸਮੇਂ ਪਾਠਕਾਂ ਦਾ ਮਨ ਭਾਉਂਦਾ ਸਾਹਿਤ ਰੂਪ ਹੈ ਜੀ ਨਿੱਕੀ ਕਹਾਣੀ। ਨਿੱਕੀ ਕਹਾਣੀ ਨੂੰ ਅਸੀਂ ਨਵੀਨ ਵੀ ਕਹਿ ਸਕਦੇ ਹਾਂ ਅਤੇ ਪੁਰਾਣਾ ਸਾਹਿਤ ਰੂਪ ਵੀ ਕਹਿ ਸਕਦੇ ਹਾਂ। ਨਵੀਨ ਇਸ ਤਰ੍ਹਾਂ ਕਿਉਂਕਿ ਇਸ ਦਾ ਜੋ ਆਕਾਰ ਸੀ ਉਸ ਦੇ ਪੱਖ ਤੋਂ ਜੋ ਚੇਂਜਸ ਆਏ ਇਸ ਦੇ ਵਿੱਚ, ਤਾਂ ਇਹਨੂੰ ਆਪਾਂ ਨਵੀਨ ਮੰਨਾਂਗੇ। ਪਰ ਇਸ ਦਾ ਸੰਬੰਧ ਕਿਤੇ ਨਾ ਕਿਤੇ ਸਾਡੀਆਂ ਪੁਰਾਣਿਕ ਕਥਾਵਾਂ ਦੇ ਨਾਲ ਵੀ ਜੁੜ ਜਾਂਦਾ ਹੈ, ਜਿਸ ਕਰਕੇ ਇਸ ਨੂੰ ਆਪਾਂ ਸਾਹਿਤ ਦਾ ਪੁਰਾਣਾ ਸਾਹਿਤ ਰੂਪ ਵੀ ਮੰਨ ਸਕਦੇ ਹਾਂ। ਪਰ ਜ਼ਿਆਦਾਤਰ ਇਸ ਨੂੰ ਨਵੀਨ ਹੀ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਗੱਲ ਕਰੀਏ ਨਿੱਕੀ ਕਹਾਣੀ ਦੇ ਆਰੰਭ ਦੀ, ਕਿ ਇਸ ਦਾ ਆਰੰਭ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਾਂ ਇਹ ਹੋਣਾ ਚਾਹੀਦਾ ਜੀ ਝਟਪਟ, ਤਿੱਖਾ ਅਤੇ ਅਸਚਰਜ, ਪਾਠਕ ਨੂੰ ਹੈਰਾਨ ਕਰਨ ਵਾਲਾ ਹੋਣਾ ਚਾਹੀਦਾ, ਠੀਕ ਹੈ। ਅਤੇ ਇੱਕਦਮ ਸ਼ੁਰੂਆਤ ਇਹਦੀ ਹੋ ਜਾਣੀ ਚਾਹੀਦੀ ਹੈ। ਅਤੇ ਇਸ ਦੀ ਤੁਲਨਾ ਕੀਤੀ ਜਾਂਦੀ ਹੈ ਘੋੜ ਦੌੜ ਦੇ ਨਾਲ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਜੋ ਨਿੱਕੀ ਕਹਾਣੀ ਹੈ ਉਸ ਦੀ ਤੁਲਨਾ ਕਿਸ ਨਾਲ ਕੀਤੀ ਜਾਂਦੀ ਹੈ, ਘੋੜ ਦੌੜ ਨਾਲ। ਗੱਲ ਕਰੀਏ ਇਸ ਦੇ ਆਕਾਰ ਦੀ, ਤਾਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਸ ਦਾ ਆਕਾਰ ਹੁੰਦਾ ਹੈ ਕਾਫੀ ਛੋਟਾ। ਅਤੇ ਇਸ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਉਹ ਹੈ ਕਿ ਪ੍ਰਭਾਵ ਦੀ ਇਕਾਗਰਤਾ, ਜੋ ਪਾਠਕ ਹੈ ਉਸ ਦੇ ਉੱਪਰ ਪ੍ਰਭਾਵ ਬਣਿਆ ਰਹਿਣਾ ਚਾਹੀਦਾ ਹੈ, ਉਸ ਦੀ ਇਕਾਗਰਤਾ ਭੰਗ ਨਹੀਂ ਹੋਣੀ ਚਾਹੀਦੀ। ਅਤੇ ਨਾਲ ਦੀ ਨਾਲ ਇਸ ਦੇ ਵਿੱਚ ਰੌਚਕਤਾ ਹੋਣੀ ਚਾਹੀਦੀ ਹੈ, ਕਿਉਂਕਿ ਜੇ ਰੌਚਕਤਾ ਹੋਏਗੀ ਤਾਂ ਹੀ ਪਾਠਕ ਇਸ ਨੂੰ ਅਗਾਂਹ ਪੜ੍ਹੇਗਾ। ਲੇਕਿਨ ਜੇ ਇਸ ਦੇ ਵਿੱਚ ਅਕੇਵਾਂ ਮਹਿਸੂਸ ਹੋਣ ਲੱਗ ਜਾਵੇ ਪਾਠਕ ਨੂੰ ਤਾਂ ਉਹ ਇਸ ਨੂੰ ਛੱਡ ਦੇਵੇਗਾ। ਇਸ ਕਰਕੇ ਰੌਚਕਤਾ ਹੋਣੀ ਬਹੁਤ ਜ਼ਰੂਰੀ ਹੈ। ਦੂਸਰੀ ਗੱਲ, ਇਸ ਦੀ ਜੋ ਚਾਲ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਇਹ ਅੱਗੇ ਵਧਣੀ ਚਾਹੀਦੀ ਹੈ, ਤਾਂ ਉਹ ਹੋਣੀ ਚਾਹੀਦੀ ਹੈ ਤੇਜ਼, ਕਿਉਂਕਿ ਇਹ ਬਹੁਤ ਛੋਟੀ ਹੁੰਦੀ ਹੈ ਆਕਾਰ ਦੇ ਵਿੱਚ। ਤਾਂ ਇਹਦੀ ਕਹਾਣੀ ਦਾ ਤੇਜ਼ੀ ਨਾਲ ਅੱਗੇ ਵਧਣਾ ਹੀ ਇਸ ਦੀ ਸਫਲਤਾ ਹੁੰਦੀ ਹੈ। ਇਸ ਦੇ ਜੋ ਗੋਂਦ ਜਾਂ ਕਥਾਨਕ ਜਾਂ ਪਲਾਟ ਹੈ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਸੰਖੇਪ ਹੋਣਾ ਚਾਹੀਦਾ ਹੈ, ਸਰਲ ਹੋਵੇ, ਠੀਕ ਹੈ, ਕਸਮੀ ਹੋਣੀ ਚਾਹੀਦੀ ਹੈ ਅਤੇ ਚੁਸਤ। ਇਸ ਦਾ ਮਤਲਬ ਕੀ ਹੈ ਕਿ ਕਥਾਨਕ ਦੇ ਵਿੱਚ ਜੋ ਸਟੋਰੀ ਹੈ, ਜੋ ਕਹਾਣੀ ਹੈ, ਉਹ ਤੇਜ਼ੀ ਨਾਲ ਅੱਗੇ ਵਧਣੀ ਚਾਹੀਦੀ ਹੈ। ਜੇ ਉਹ ਛੋਟੀਆਂ ਘਟਨਾਵਾਂ ਦੇ ਵਿੱਚ ਹੋਊਗੀ, ਸੰਖੇਪ ਹੋਊਗੀ, ਠੀਕ ਹੈ, ਆਸਾਨੀ ਨਾਲ ਪਾਠਕ ਨੂੰ ਸਮਝ ਆਊਗੀ ਤਾਂ ਸਰਲ ਹੋਊਗੀ। ਕਸਮੀ ਮਤਲਬ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਢਿੱਲਾਪਣ ਨਜ਼ਰ ਨਹੀਂ ਆਉਣਾ ਚਾਹੀਦਾ, ਜਿੱਥੇ ਜਿਹੜਾ ਪਾਠਕ ਆ ਉਹ ਅਕੇਵਾਂ ਮਹਿਸੂਸ ਕਰੇ। ਅਤੇ ਚੁਸਤ ਵਾਰਤਾਲਾਪ ਦੀ ਵਰਤੋਂ ਹੋਣੀ ਚਾਹੀਦੀ ਹੈ ਨਿੱਕੀ ਕਹਾਣੀ ਦੇ ਵਿੱਚ। ਇਸ ਤੋਂ ਬਾਅਦ ਗੱਲ ਕਰੀਏ ਇਸ ਦੇ ਕਥਾਨਕ ਦੀ। ਕਥਾਨਕ ਜੋ ਇਸ ਦੀ ਜਿੰਦ ਜਾਨ ਮੰਨਿਆ ਜਾਂਦਾ ਹੈ, ਤਾਂ ਜੋ ਕਥਾਨਕ ਹੈ ਉਹ ਨਾਟਕੀ ਰੂਪ ਵਿੱਚ ਹੋਣਾ ਚਾਹੀਦਾ, ਇੱਕ ਤਰ੍ਹਾਂ ਦਾ ਟਵਿਸਟ ਹੋਣਾ ਚਾਹੀਦਾ ਉਸ ਦੇ ਵਿੱਚ, ਜੋ ਕਿ ਕਹਾਣੀ ਨੂੰ ਅੱਗੇ ਲੈ ਕੇ ਜਾਵੇ। ਉਸ ਦੇ ਵਿੱਚ ਕਿਤੇ ਨਾ ਕਿਤੇ ਨਾਟਕੀਅਤਾ ਹੋਣੀ ਚਾਹੀਦੀ ਹੈ। ਪਾਤਰਾਂ ਦੀ ਗਿਣਤੀ ਘੱਟ ਹੋਵੇ ਤਾਂ ਚੰਗੀ ਗੱਲ ਹੈ, ਕਿਉਂਕਿ ਨਿੱਕੀ ਕਹਾਣੀ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਹੀ ਕਹਾਣੀ ਖਤਮ ਹੋ ਜਾਂਦੀ ਹੈ। ਲੇਕਿਨ ਜੇਕਰ ਜ਼ਿਆਦਾ ਪਾਤਰ ਹੋਣਗੇ ਤਾਂ ਜੋ ਪਾਠਕ ਹੈ ਉਸ ਨੂੰ ਸਮਝ ਨਹੀਂ ਆਵੇਗਾ। ਇਸ ਲਈ ਪਾਤਰਾਂ ਦੀ ਗਿਣਤੀ ਘੱਟ ਹੀ ਰੱਖੀ ਹੋਣੀ ਚਾਹੀਦੀ ਹੈ। ਜੇ ਗੱਲ ਕਰੀਏ ਇਹਨਾਂ ਦੇ ਵਾਰਤਾਲਾਪ ਬਾਰੇ, ਤਾਂ ਜੋ ਵਾਰਤਾਲਾਪ ਨੇ ਉਹ ਰੌਚਕ ਹੋਣੇ ਚਾਹੀਦੇ ਨੇ, ਉਹਨਾਂ ਵਿੱਚ ਰਵਾਨਗੀ ਹੋਣੀ ਚਾਹੀਦੀ ਹੈ, ਖੜੋਤ ਨਹੀਂ ਹੋਣੀ ਚਾਹੀਦੀ। ਵਾਤਾਵਰਨ ਸਿਰਜਣਾ ਹੋਣੀ ਚਾਹੀਦੀ ਹੈ, ਇੱਕ ਸਜੀਵ ਵਾਤਾਵਰਨ ਸਿਰਜਿਆ ਹੋਵੇ, ਜਿਉਂ-ਜਿਉਂ ਪਾਠਕ ਪੜ੍ਹੇ ਉਸ ਦੇ ਮਨ ਦੇ ਵਿੱਚ ਵਾਤਾਵਰਨ ਦਾ ਪ੍ਰਭਾਵ ਵੀ ਲਾਜ਼ਮੀ ਹੋਵੇ। ਇਸ ਦੇ ਨਾਲ ਹੀ ਦ੍ਰਿਸ਼ ਚਿੱਤਰਣ ਦੀ ਜਿਹੜੀ ਬਾਖੂਬੀ ਜਿਹੜਾ ਪਾਠਕ ਹੈ ਉਸ ਦੇ ਅੰਦਰ ਇਹ ਚੀਜ਼ ਝਲਕਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦਾ ਦ੍ਰਿਸ਼ ਚਿੱਤਰਣ ਕਰ ਰਿਹਾ ਹੈ ਸਟੋਰੀ ਰਾਈਟਰ, ਉਸੇ ਤਰ੍ਹਾਂ ਦਾ ਹੀ ਪਾਠਕ ਹੈ ਜਿਹੜਾ ਮਹਿਸੂਸ ਕਰੇ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇਸ ਦੇ ਚਰਿੱਤਰ ਚਿੱਤਰਨ ਦਾ ਜਿਹੜਾ ਉਦਘਾਟਨ ਮੰਨਿਆ ਜਾਂਦਾ। ਜਿਹੜਾ ਹਡਸਨ ਵਿਦਵਾਨ ਹੈ ਉਹ ਇਸ ਗੱਲ ਨੂੰ ਮੰਨਦੇ ਨੇ ਕਿ
ਜੋ ਨਿੱਕੀ ਕਹਾਣੀ ਹੈ ਉਸ ਦੇ ਵਿੱਚ ਜੋ ਚਰਿੱਤਰ ਚਿੱਤਰਨ ਹੈ ਉਸ ਦਾ ਸਿਰਫ ਉਦਘਾਟਨ ਹੀ ਹੁੰਦਾ। ਉਦਘਾਟਨ ਹੀ ਹੁੰਦਾ ਮਤਲਬ ਕਿ ਇਹ ਆਕਾਰ ਵਿੱਚ ਬਹੁਤ ਛੋਟੀ ਹੁੰਦੀ ਹੈ ਅਤੇ ਜਿਹੜੇ ਇਹਦੇ ਵਿੱਚ ਪਾਤਰ ਹੁੰਦੇ ਨੇ ਉਹਨਾਂ ਦੇ ਬਾਰੇ ਆਪਾਂ ਜ਼ਿਆਦਾ ਨਹੀਂ ਜਾਣ ਪਾਉਂਦੇ, ਸਿਰਫ ਉਹਨਾਂ ਦਾ ਚਰਿੱਤਰ ਚਿੱਤਰਨ ਦਾ ਉਦਘਾਟਨ ਹੀ ਦਿਖਾਇਆ ਜਾਂਦਾ, ਬਹੁਤ ਥੋੜ੍ਹਾ ਹਿੱਸਾ ਦਿਖਾਇਆ ਜਾਂਦਾ। ਇਸ ਦੀ ਸ਼ੈਲੀ ਦੀ ਗੱਲ ਕਰੀਏ ਤਾਂ ਜੋ ਸ਼ੈਲੀ ਦੇ ਗੁਣ ਹੋਣੇ ਚਾਹੀਦੇ ਆ, ਉਹਦੇ ਵਿੱਚ ਵਰਣਨ ਵੀ ਹੋਣਾ ਚਾਹੀਦਾ ਅਤੇ ਪ੍ਰਕਥਨ ਵੀ ਹੋਣਾ ਚਾਹੀਦਾ। ਇਹ ਦੋ ਗੁਣ ਜ਼ਰੂਰ ਹੋਣੇ ਚਾਹੀਦੇ ਆ। ਗੱਲ ਕਰੀਏ ਇਸ ਦੀ ਬਣਤਰ ਦੀ ਤਾਂ ਬਣਤਰ ਹੋਣੀ ਚਾਹੀਦੀ ਹੈ ਜੀ ਆਰੰਭ, ਮੱਧ, ਸਿਖਰ ਅਤੇ ਅੰਤ। ਠੀਕ ਹੈ, ਆਰੰਭ ਕਿਸ ਤਰੀਕੇ ਨਾਲ ਹੋਵੇ, ਤੇਜ਼ੀ ਨਾਲ ਹੋਵੇ, ਮੱਧ ਦੇ ਵਿੱਚ ਇਸ ਦੀ ਸਟੋਰੀ ਆਉਂਦੀ ਹੈ ਅਤੇ ਸਿਖਰ ਦੇ ਵਿੱਚ ਜਦੋਂ ਜਿਹੜੀ ਸਟੋਰੀ ਹੈ ਉਹ ਕਹਾਣੀ ਹੈ ਉਹ ਪਾਠਕ ਦੇ ਮਨ ਨੂੰ ਟੁੰਬਦੀ ਹੈ ਅਤੇ ਇਸ ਦਾ ਜਿਹੜਾ ਅੰਤ ਹੈ ਉਹ ਵੀ ਪਾਠਕ ਦੇ ਅਨੁਸਾਰ ਹੋਣਾ ਚਾਹੀਦਾ ਤਾਂ ਕਿ ਉਸ ਤੋਂ ਕੁਛ ਨਾ ਕੁਛ ਉਹ ਸਿੱਖੇ ਜਾਂ ਜਿਹੜਾ ਕਹਾਣੀਕਾਰ ਹੈ ਜੋ ਕਹਾਣੀ ਲਿਖ ਰਿਹਾ ਉਸ ਦਾ ਉਦੇਸ਼ ਪੂਰਾ ਹੋਵੇ ਅੰਤ ਦੇ ਵਿੱਚ। ਇਸ ਦੇ ਵਰਗੀਕਰਨ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਨਿੱਕੀਆਂ ਕਹਾਣੀਆਂ ਨੇ ਪ੍ਰਚਲਿਤ ਨੇ। ਸਭ ਤੋਂ ਪਹਿਲਾਂ ਘਟਨਾ ਪ੍ਰਧਾਨ ਕਹਾਣੀ ਜਿਸ ਦੇ ਵਿੱਚ ਕਿਸੇ ਘਟਨਾ ਨੂੰ ਲਿਆ ਜਾਂਦਾ ਹੈ। ਫਿਰ ਪਾਤਰ ਪ੍ਰਧਾਨ ਕਹਾਣੀ ਜੋ ਕਿ ਸ਼ੁਰੂ ਹੋਈ ਸੀ ਫਰਾਇਡ ਦੇ ਪ੍ਰਭਾਵ ਨਾਲ। ਇਸ ਤੋਂ ਬਾਅਦ ਵਾਤਾਵਰਨ ਪ੍ਰਧਾਨ ਕਹਾਣੀ ਜਿੱਥੇ ਸਿਰਫ ਵਾਤਾਵਰਨ ਸਿਰਜਣ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸਮੱਸਿਆ ਪ੍ਰਧਾਨ ਜਿਸ ਵਿੱਚ ਕਿਸੇ ਸਮੱਸਿਆ ਨੂੰ ਲੈ ਕੇ ਜਿਹੜੀ ਕਹਾਣੀ ਹੈ ਉਹ ਬਣਾਈ ਜਾਂਦੀ ਹੈ। ਉਸ ਤੋਂ ਬਾਅਦ ਵਾਰਤਾਲਾਪ ਪ੍ਰਧਾਨ ਜਿਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਾਰਤਾਲਾਪ ਯੂਜ਼ ਕਰਕੇ ਕਹਾਣੀ ਨੂੰ ਅੱਗੇ ਵਧਾਇਆ ਜਾਂਦਾ ਹੈ। ਸਵੈ ਜੀਵਨੀ ਪਰਕ ਜਿਹੜਾ ਲਿਖਣ ਵਾਲਾ ਸਿਰਫ ਉਹ ਆਪ ਹੀ ਬੋਲਦਾ, ਠੀਕ ਹੈ, ਉੱਤਮ ਪੁਰਖ ਦੇ ਵਿੱਚ ਹੁੰਦੀ ਹੈ। ਇਸ ਤੋਂ ਬਿਨਾਂ ਧਾਰਮਿਕ ਪੱਧਰ ਦੀਆਂ ਪੌਰਾਣਿਕ ਜੋ ਪੁਰਾਣੀਆਂ ਕਥਾਵਾਂ ਉਹਨਾਂ 'ਤੇ ਆਧਾਰਿਤ, ਠੀਕ ਹੈ, ਸਮਾਜਿਕ ਜਿਸ ਤਰ੍ਹਾਂ ਕੋਈ ਸਮਾਜਿਕ ਸਮੱਸਿਆਵਾਂ ਹੋ ਸਕਦੀਆਂ ਜਾਂ ਰਾਜਨੀਤਿਕ ਸਰੂਪ ਦੀਆਂ ਜਿਹੜੀਆਂ ਨਿੱਕੀਆਂ ਕਹਾਣੀਆਂ ਉਹਨਾਂ ਦੀ ਰਚਨਾ ਵੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰੀਏ, ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਕਿ ਸਭ ਤੋਂ ਪ੍ਰਸਿੱਧ ਆਧੁਨਿਕ ਸਾਹਿਤ ਰੂਪ ਕਿਹੜਾ ਹੈ, ਤਾਂ ਉਹ ਹੈ ਜੀ ਨਿੱਕੀ ਕਹਾਣੀ। ਸਭ ਤੋਂ ਜ਼ਿਆਦਾ ਪੜ੍ਹਿਆ ਜਾਣ ਵਾਲਾ ਆਧੁਨਿਕ ਸਾਹਿਤ ਦਾ ਰੂਪ ਹੈ ਨਿੱਕੀ ਕਹਾਣੀ। ਪੰਜਾਬੀ ਕਹਾਣੀਆਂ ਦੇ ਸਰੋਤ ਪੁਰਾਣੀਆਂ ਕਥਾਵਾਂ ਦੇ ਵਿੱਚੋਂ ਲੱਭਣ ਦਾ ਜਿਹੜਾ ਸਿਹਰਾ ਉਹ ਕਿਸ ਦੇ ਸਿਰ ਜਾਂਦਾ ਹੈ? ਸਭ ਤੋਂ ਜ਼ਿਆਦਾ ਯਤਨ ਕਿਸਨੇ ਕੀਤੇ ਪੁਰਾਣਿਕ ਕਥਾਵਾਂ ਦੇ ਵਿੱਚੋਂ ਪੰਜਾਬੀ ਕਹਾਣੀਆਂ ਨੂੰ ਲੱਭਣ ਦੇ? ਤਾਂ ਉਹ ਕੀਤੇ ਜੀ ਡਾਕਟਰ ਸਵਿੰਦਰ ਸਿੰਘ ਉੱਪਲ। ਇਹ ਜੋ ਸ਼ਖਸੀਅਤ ਹੈ ਇਹਨਾਂ ਦਾ ਬਹੁਤ ਮਹਾਨ ਯੋਗਦਾਨ ਹੈ ਆਪਣੀਆਂ ਪੰਜਾਬੀ ਕਹਾਣੀਆਂ ਨੂੰ ਲੱਭਣ ਦਾ ਅਤੇ ਇਹਨਾਂ ਦਾ ਸੰਬੰਧ ਜੋੜਨ ਦਾ ਪੁਰਾਣਿਕ ਕਥਾਵਾਂ ਦੇ ਨਾਲ। ਉਹ ਨੇ ਜੀ ਡਾਕਟਰ ਸਵਿੰਦਰ ਸਿੰਘ ਉੱਪਲ। ਇਸ ਤੋਂ ਬਾਅਦ ਹੈ ਜੀ ਸਭ ਤੋਂ ਪਹਿਲਾਂ ਨਿੱਕੀ ਕਹਾਣੀ ਨੂੰ ਪੱਛਮ ਨਾਲ ਕਿਸ ਨੇ ਜੋੜਿਆ? ਕਿ ਇਹ ਜੋ ਨਿੱਕੀ ਕਹਾਣੀ ਹੈ ਇਹਨਾਂ ਨੇ ਕਿਹਾ ਕਿ ਜੋ ਇਹ ਸਾਡੇ ਜਿਹੜੇ ਸਾਹਿਤ ਦੀ ਦੇਣ ਨਹੀਂ ਹੈ, ਇਹ ਕਿੱਥੋਂ ਆਈ ਹੈ? ਪੱਛਮ ਦੇ ਵਿੱਚੋਂ ਆਈ ਹੈ। ਪੁਰਾਣਿਕ ਕਥਾਵਾਂ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਇਹ ਕਿਹੜੇ ਵਿਦਵਾਨ ਨੇ ਕਿਹਾ? ਤਾਂ ਉਹ ਕਿਹਾ ਡਾਕਟਰ ਗੁਰਬਖਸ਼ ਸਿੰਘ ਫਰੈਂਕ ਨੇ ਕਿਹਾ ਕਿ ਜੋ ਨਿੱਕੀ ਕਹਾਣੀ ਹੈ ਉਹ ਪੱਛਮੀ ਜੀਵਨ ਦੀ ਹੀ ਦੇਣ ਹੈ। ਇਸ ਤੋਂ ਬਾਅਦ ਗੱਲ ਕਰੀਏ, ਇਸ ਦਾ ਸੰਬੰਧ ਜੋੜਿਆ ਜਾਂਦਾ ਹੈ ਜਾਤਕ ਕਥਾਵਾਂ ਨਾਲ। ਜਾਤਕ ਕਥਾਵਾਂ ਸਾਨੂੰ ਕਿੱਥੋਂ ਮਿਲਦੀਆਂ ਨੇ? ਪੰਚਤੰਤਰ ਦੀਆਂ ਕਹਾਣੀਆਂ, ਠੀਕ ਹੈ, ਹਿਤੋਪਦੇਸ਼ ਵਾਲੀਆਂ ਕਹਾਣੀਆਂ। ਇਸ ਤੋਂ ਇਲਾਵਾ ਜੋ ਬੁੱਧ ਧਰਮ ਹੈ ਉਸ ਨਾਲ ਸੰਬੰਧਿਤ ਜਿਹੜੀਆਂ ਕਥਾਵਾਂ ਉਹ ਨੇ ਜਾਤਕ ਕਥਾਵਾਂ, ਜਿਨ੍ਹਾਂ ਦਾ ਸੰਬੰਧ ਜੋੜਿਆ ਜਾਂਦਾ ਹੈ ਨਿੱਕੀ ਕਹਾਣੀ ਦੇ ਇਤਿਹਾਸ ਨਾਲ। ਪੌਰਾਣਿਕ ਜਿਹੜੀਆਂ ਕਹਾਣੀਆਂ ਸੀ, ਇਹ ਜਿਹੜਾ ਪ੍ਰਸ਼ਨ ਹੈ ਉਹ ਧਿਆਨ ਨਾਲ ਕਰਿਓ ਕਿ ਜੋ ਪੁਰਾਤਨ ਕਥਾਵਾਂ ਸੀ ਅਤੇ ਆਧੁਨਿਕ ਨਿੱਕੀ ਕਹਾਣੀਆਂ, ਇਸ ਦੇ ਵਿੱਚ ਮੁੱਖ ਅੰਤਰ ਕੀ ਆ? ਮੇਨ ਕਿਹੜਾ ਡਿਫਰੈਂਸ ਆ ਜੋ ਦੋਨਾਂ ਨੂੰ ਅਲੱਗ ਕਰ ਰਿਹਾ ਹੈ? ਉਹ ਹੈ ਜੀ ਜੋ ਪੁਰਾਣੀਆਂ ਕਥਾਵਾਂ ਸੀ ਉਹ ਸੀਗੀਆਂ ਸਰੋਤਾ ਮੁਖੀ, ਜਿੱਥੇ ਇੱਕ ਜਣਾ ਸੁਣਾ ਰਿਹਾ ਹੁੰਦਾ ਸੀ ਆਪਾਂ ਨੂੰ ਬਾਤਾਂ, ਜਿਵੇਂ ਆਪਾਂ ਛੋਟੇ ਹੁੰਦੇ ਬਾਤਾਂ ਸੁਣਦੇ ਹੁੰਦੇ ਸੀ, ਉਸ ਤਰ੍ਹਾਂ ਦੀਆਂ ਕਥਾਵਾਂ ਨੇ ਜਿਸ ਦੇ ਵਿੱਚ ਉਹ ਸਿਰਫ ਸਰੋਤਾ ਮੁਖੀ ਹੁੰਦੀਆਂ ਸੀ। ਸੁਣਾਉਣ ਵਾਲਾ ਸੁਣਾ ਰਿਹਾ ਹੁੰਦਾ ਸੀ ਅਤੇ ਜੋ ਸੁਣ ਰਹੇ ਹੁੰਦੇ ਆ ਉਹ ਬਿਨਾਂ ਕਿਸੇ ਹੀਲ ਹੁਜਤ ਪ੍ਰਗਟਾਏ ਸਿਰਫ ਹੁੰਗਾਰਾ ਹੀ ਭਰ ਰਹੇ ਹੁੰਦੇ ਨੇ, ਸਰੋਤਾ ਮੁਖੀ ਹੁੰਦੀਆਂ ਸੀ। ਪਰ ਜੋ ਨਿੱਕੀ ਕਹਾਣੀ ਹੈ ਉਹ ਪਾਠਕ ਕੇਂਦਰਿਤ ਹੈ, ਠੀਕ ਹੈ। ਇਹ ਪਾਠਕ ਨੂੰ ਸੋਚਣ ਦੇ ਲਈ ਵੀ ਮਜਬੂਰ ਕਰਦੀ ਹੈ। ਇਸ ਤੋਂ ਇਲਾਵਾ ਕਈ ਵਾਰੀ ਵਿਅੰਗ ਵੀ ਕਰਦੀ ਹੈ। ਤਾਂ ਕਿਸੇ ਨਾ ਕਿਸੇ ਨਤੀਜੇ 'ਤੇ ਜਿਹੜਾ ਪਾਠਕ ਹੈ ਉਹ ਜ਼ਰੂਰ ਪਹੁੰਚਦਾ ਹੈ। ਪਾਠਕ ਕੇਂਦਰਿਤ ਹੁੰਦੀ ਹੈ ਇਹ ਕਿ ਉਹ ਕਿਸ ਤਰੀਕੇ ਨਾਲ ਪੜ੍ਹ ਰਿਹਾ ਹੈ ਪਾਠਕ ਉਸ ਨਿੱਕੀ ਕਹਾਣੀ ਨੂੰ, ਠੀਕ ਹੈ। ਉਹ ਸਰੋਤਾ ਮੁਖੀ ਹੁੰਦੀ ਹੈ ਅਤੇ ਇਹ ਪਾਠਕ ਕੇਂਦਰਿਤ ਹੁੰਦੀ ਹੈ। ਗੱਲ ਕਰੀਏ ਤਾਂ ਨਿੱਕੀ ਕਹਾਣੀ ਹੈ ਜਿਹੜੀ, ਇਸ ਦਾ ਜਨਮ ਕਿਉਂ ਹੋਇਆ? ਕਿਹੜੇ ਰੀਜ਼ਨ ਸੀ ਇਹਦੇ ਪਿੱਛੇ? ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤ ਦੇ ਰੂਪ ਪ੍ਰਚਲਿਤ ਸੀ, ਪਰ ਨਿੱਕੀ ਕਹਾਣੀ ਦਾ ਜਨਮ ਕਿਉਂ ਹੋਇਆ? ਤਾਂ ਉਹ ਨੇ ਜੀ ਪੂੰਜੀਵਾਦ ਦਾ ਆਗਮਨ, ਠੀਕ ਹੈ, ਲੋਕਾਂ ਦੇ ਵਿੱਚ ਪੈਸੇ ਦੀ ਹੋੜ।
ਮੱਧ ਵਰਗ ਦਾ ਉਭਾਰ ਤੇ ਇਸ ਤੋਂ ਬਾਅਦ ਸਮੇਂ ਦੀ ਘਾਟ। ਸਮੇਂ ਦੀ ਘਾਟ ਸਭ ਨੂੰ ਹੀ ਪਤਾ ਹੈ ਕਿ ਹਰ ਕੋਈ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦੇ ਵਿੱਚ ਲੱਗਿਆ ਹੋਇਆ, ਜਿਸ ਕਰਕੇ ਸਾਹਿਤ ਨੂੰ ਪੜ੍ਹਨਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੋ ਗਿਆ। ਲੋਕ ਕੀ ਪ੍ਰੈਫਰ ਕਰਦੇ ਨੇ ਕਿ ਨਿੱਕੀ ਕਹਾਣੀਆਂ ਨੂੰ ਪੜ੍ਹਿਆ ਜਾਵੇ ਜੋ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਪੂਰੀ ਹੋ ਸਕੇ। ਤਾਰਕਿਕ ਦ੍ਰਿਸ਼ਟੀਕੋਣ ਦਾ ਵਿਕਾਸ, ਠੀਕ ਹੈ, ਤਰਕ ਦੇ ਆਧਾਰ 'ਤੇ ਲੋਕ ਜ਼ਿਆਦਾ ਗੱਲਾਂ ਕਰਨ ਲੱਗ ਗਏ ਅੱਜ ਕੱਲ੍ਹ। ਇਸ ਤੋਂ ਬਾਅਦ ਇਹਨਾਂ ਦੇ ਪਿੱਛੇ ਛੁਪੀ ਹੋਈ ਲੌਕਿਕ ਮਾਨਸਿਕਤਾ, ਇਹ ਸਾਰੇ ਕਾਰਨ ਨੇ, ਰੀਜ਼ਨ ਨੇ ਨਿੱਕੀ ਕਹਾਣੀ ਦੇ ਜਨਮ ਦੇ ਲਈ ਜ਼ਿੰਮੇਵਾਰ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੋ ਨਿੱਕੀ ਕਹਾਣੀ ਹੈ ਉਸਦੀ ਜੋ ਸ਼ੈਲੀ ਹੈ ਉਹ ਕਿਸ ਤਰ੍ਹਾਂ ਦੀ ਹੋਵੇ। ਸ਼ੈਲੀ ਦੇ ਵਿੱਚ ਕਿਹੜੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ, ਤਾਂ ਉਹ ਹੈ ਸ਼ਖਸੀਅਤ, ਠੀਕ ਹੈ, ਪੇਸ਼ ਕਰਨ ਵਾਲੀ, ਉਸਦੀਆਂ ਰੁਚੀਆਂ ਕਿਸ ਤਰ੍ਹਾਂ ਦੀਆਂ ਨੇ ਤੇ ਉਸਦੇ ਅਨੁਭਵ ਕਿਸ ਤਰ੍ਹਾਂ ਦੇ ਨੇ। ਇਹਨਾਂ ਤਿੰਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਹੀ ਜੋ ਲਿਖਣ ਵਾਲਾ ਕਹਾਣੀਕਾਰ ਹੈ ਉਸਦੀ ਸ਼ੈਲੀ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। ਕੁਝ ਕੁ ਆਮ ਸ਼ੈਲੀਆਂ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਉਹ ਹੈ ਆਤਮ ਕਥਾ, ਕਥਾਤਮਿਕ, ਡਾਇਰੀ, ਪੱਤਰਾਤਮਿਕ ਅਤੇ ਵਾਰਤਾਲਾਪੀ। ਇਹ ਆਮ ਸ਼ੈਲੀਆਂ ਨੇ ਜਿਨ੍ਹਾਂ ਦੇ ਆਧਾਰ 'ਤੇ ਜਿਹੜੀ ਨਿੱਕੀ ਕਹਾਣੀ ਹੈ ਉਹ ਪੇਸ਼ ਕੀਤੀ ਜਾਂਦੀ ਹੈ। ਜੇ ਦੇਖੀਏ ਤਾਂ ਸਭ ਤੋਂ ਲੋਕਪ੍ਰਿਯ ਸ਼ੈਲੀ ਜਿਹੜੀ ਜ਼ਿਆਦਾਤਰ ਵਰਤੀ ਜਾਂਦੀ ਹੈ ਨਿੱਕੀ ਕਹਾਣੀ ਦੀ ਰਚਨਾ ਕਰਨ ਸਮੇਂ, ਤਾਂ ਉਹ ਹੈ ਜੀ ਕਥਾਤਮਿਕ ਸ਼ੈਲੀ। ਇਸ ਨੂੰ ਯਾਦ ਰੱਖ ਲੈਣਾ, ਕਾਫੀ ਇੰਪੋਰਟੈਂਟ ਹੈ ਇਹ। ਕਿਹੜੀ ਸ਼ੈਲੀ ਦੇ ਵਿੱਚ ਜ਼ਿਆਦਾਤਰ ਜਿਹੜੀ ਨਿੱਕੀ ਕਹਾਣੀ ਰਚੀ ਜਾਂਦੀ ਹੈ? ਕਥਾਤਮਿਕ ਸ਼ੈਲੀ। ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਕਿਹੜੇ ਯੁੱਗ ਦੀ ਦੇਣ ਹੈ ਨਿੱਕੀ ਕਹਾਣੀ, ਤਾਂ ਉਹ ਹੈ ਆਧੁਨਿਕ ਯੁੱਗ ਦੀ ਦੇਣ। ਇਸ ਤੋਂ ਇਲਾਵਾ ਇਸ ਨੂੰ ਆਪਾਂ ਪੱਛਮੀ ਸਾਹਿਤ ਦੀ ਦੇਣ ਵੀ ਕਹਿ ਦਿੰਦੇ ਹਾਂ। ਇੱਕ ਪ੍ਰਸ਼ਨ ਹੋਰ ਹੈ ਜੀ, ਜੋ ਮਿੰਨੀ ਕਹਾਣੀ ਹੈ, ਮਿੰਨੀ ਕਹਾਣੀ ਨਿੱਕੀ ਕਹਾਣੀ ਤੋਂ ਛੋਟੀ ਹੁੰਦੀ ਹੈ। ਮਿੰਨੀ ਕਹਾਣੀ ਬਹੁਤ ਛੋਟੀ ਹੁੰਦੀ ਹੈ, ਨਿੱਕੀ ਕਹਾਣੀ ਤਾਂ ਫਿਰ ਵੀ ਆਕਾਰ ਦੇ ਵਿੱਚ ਕਾਫੀ ਹੁੰਦੀ ਹੈ। ਮਿੰਨੀ ਕਹਾਣੀਆਂ ਜਿੱਦਾਂ ਆਪਾਂ ਦੇਖਦੇ ਹੀ ਹਾਂ ਅਖਬਾਰਾਂ ਦੇ ਵਿੱਚ ਛਪਦੀਆਂ ਨੇ, ਆਕਾਰ ਦੇ ਵਿੱਚ ਬਹੁਤ ਛੋਟੀਆਂ ਹੁੰਦੀਆਂ ਨੇ। ਇਸ ਤੋਂ ਬਾਅਦ ਗੱਲ ਕਰਾਂਗੇ ਜੋ ਨਾਵਲ ਹੈ, ਉਹਨੂੰ ਵੀ ਆਪਾਂ ਆਧੁਨਿਕ ਸਾਹਿਤ ਰੂਪ ਮੰਨਦੇ ਹਾਂ, ਤਾਂ ਉਸਨੂੰ ਪਛਾੜਨ ਵਾਲੀ ਵਿਧਾ ਕਿਹੜੀ ਹੈ? ਨਾਵਲ ਦਾ ਜਿਹੜਾ ਰੁਝਾਨ ਸੀ ਉਹ ਬਹੁਤ ਜ਼ਿਆਦਾ ਵਧਿਆ ਸੀ, ਤਾਂ ਉਸਨੂੰ ਪਛਾੜਿਆ ਕਿਸ ਨੇ? ਉਹ ਹੈ ਜੀ ਨਿੱਕੀ ਕਹਾਣੀ। ਇੱਕ ਅਜਿਹਾ ਆਧੁਨਿਕ ਸਾਹਿਤ ਰੂਪ ਹੈ ਜਿਸ ਨੇ ਨਾਵਲ ਤੱਕ ਹੀ ਬਾਕੀ ਦੇ ਜੋ ਸਾਹਿਤ ਰੂਪ ਹੈ ਉਹਨਾਂ ਨੂੰ ਵੀ ਪਛਾੜ ਦਿੱਤਾ। ਜ਼ਿਆਦਾਤਰ ਜੋ ਪਾਠਕ ਨੇ, ਲਿਟਰੇਚਰ ਨੂੰ ਪਿਆਰ ਕਰਨ ਵਾਲੇ ਨੇ, ਉਹ ਜ਼ਿਆਦਾਤਰ ਕਿਸ ਨੂੰ ਪ੍ਰੈਫਰ ਕਰਦੇ ਨੇ? ਨਿੱਕੀ ਕਹਾਣੀ ਪੜ੍ਹਨ ਨੂੰ ਹੀ ਪ੍ਰੈਫਰ ਕਰਦੇ ਆ। ਇਸ ਤੋਂ ਬਾਅਦ ਕੁਝ ਪਰਿਭਾਸ਼ਾਵਾਂ ਜਿਹੜੀਆਂ ਕਾਫੀ ਇੰਪੋਰਟੈਂਟ ਨੇ ਪੇਪਰ ਦੇ ਪੱਖ ਤੋਂ, ਸਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ ਨੇ, ਬਹੁਤ ਧਿਆਨ ਨਾਲ ਕਰ ਲੈਣੀਆਂ ਤੁਸੀਂ। ਨਿੱਕੀ ਕਹਾਣੀ ਇੱਕੋ ਬੈਠਕ ਦੇ ਵਿੱਚ ਪੜ੍ਹੀ ਜਾ ਸਕਦੀ ਹੈ। ਇਹ ਕਿਸ ਦਾ ਕਥਨ ਹੈ ਜੀ? ਸਾਮਸੈਟ ਮਾਮ ਦਾ, ਠੀਕ ਹੈ। ਇਹ ਕਥਨ ਉਹਨਾਂ ਦਾ ਹੈ ਕਿ ਇਹ ਮੰਨਦੇ ਨੇ ਕਿ ਨਿੱਕੀ ਕਹਾਣੀ ਨੂੰ ਆਪਾਂ ਇੱਕੋ ਬੈਠਕ ਦੇ ਵਿੱਚ ਬੈਠ ਕੇ ਪੜ੍ਹ ਸਕਦੇ ਹਾਂ। ਇਸ ਤੋਂ ਬਾਅਦ ਜੋ ਘੋੜ ਦੌੜ ਨਾਲ ਇਸ ਦੀ ਤੁਲਨਾ ਕੀਤੀ ਹੈ ਉਹ ਕੀਤੀ ਹੈ ਐਲਰੀ ਸੇਜਵਿਕ ਨੇ। ਘੋੜ ਦੌੜ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਇਸ ਦੀ ਤੁਲਨਾ ਕੀਤੀ ਜਾਂਦੀ ਹੈ ਘੋੜ ਦੌੜ ਦੇ ਨਾਲ। ਅੱਗੇ ਜੀ ਜੋ ਨਿੱਕੀ ਕਹਾਣੀ ਹੈ ਉਹ ਅੱਧੇ ਘੰਟੇ ਤੋਂ 1 ਜਾਂ 2 ਘੰਟਿਆਂ ਦੇ ਵਿੱਚ ਪੜ੍ਹੀ ਜਾਣ ਵਾਲੀ ਸਾਹਿਤਿਕ ਰਚਨਾ ਹੈ। ਇਹ ਵਿਚਾਰ ਨੇ ਐਡਗਰ ਐਲਨ ਪੋ, ਕਾਫੀ ਮਹੱਤਵਪੂਰਨ ਨੇ, ਪਰਿਭਾਸ਼ਾ ਚੰਗੀ ਤਰ੍ਹਾਂ ਕਰ ਲੈਣੀ ਹੈ ਤੁਸੀਂ। ਇਹ ਪਰਿਭਾਸ਼ਾ ਦਿੱਤੀ ਹੈ ਐਡਗਰ ਐਲਨ ਪੋ ਨੇ। ਅੱਗੇ ਨਿੱਕੀ ਕਹਾਣੀ ਇੱਕ ਅਜਿਹੀ ਰਚਨਾ ਹੈ ਜਿਸ ਨੂੰ 20 ਮਿੰਟਾਂ ਦੇ ਵਿੱਚ ਹੀ ਪੜ੍ਹਿਆ ਜਾ ਸਕਦਾ ਹੈ। ਇਹ ਜਿਹੜਾ ਕਥਨ ਹੈ ਇਹ ਹੈ ਜੀ H.G. ਵੈਲਜ਼ ਦਾ। ਇਹ ਵੀ ਇੰਪੋਰਟੈਂਟ ਹੈ, ਇਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ। ਇਸ ਤੋਂ ਬਾਅਦ ਨਿੱਕੀ ਕਹਾਣੀ ਨੂੰ ਚੁੰਝ ਵਰਗੀ ਕਿਸ ਨੇ ਆ ਕੇ ਵਡਿਆਇਆ, ਠੀਕ ਹੈ। ਚੁੰਝ ਨਾਲ ਤੁਲਨਾ ਕਿਸ ਨੇ ਕੀਤੀ ਹੈ ਨਿੱਕੀ ਕਹਾਣੀ ਦੀ? ਤਾਂ ਉਹ ਹੈ ਜੀ ਸੰਤ ਸਿੰਘ ਸੇਖੋਂ। ਇਹਨਾਂ ਨੇ ਨਿੱਕੀ ਕਹਾਣੀ ਨੂੰ ਚੁੰਝ ਨਾਲ ਤੁਲਨਾਇਆ ਹੈ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਕਰ ਚੁੱਕੇ ਹਾਂ ਕਿ ਸਭ ਤੋਂ ਜ਼ਿਆਦਾ ਯੋਗਦਾਨ ਕਿਹਦਾ ਰਿਹਾ ਜਿਹੜੀਆਂ ਪੁਰਾਣਿਕ ਕਥਾਵਾਂ ਉਹਨਾਂ 'ਚੋਂ ਕਹਾਣੀਆਂ ਨੂੰ ਲੱਭਣ ਦਾ, ਤਾਂ ਉਹ ਸੀਗੇ ਡਾਕਟਰ ਸਵਿੰਦਰ ਸਿੰਘ ਉੱਪਲ। ਤਾਂ ਇਹਨਾਂ ਦੀ ਪਰਿਭਾਸ਼ਾ ਹੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਜੇ ਕਿਸੇ ਨੂੰ ਵੈਲਿਡ ਮੰਨਿਆ ਜਾਂਦਾ ਨਿੱਕੀ ਕਹਾਣੀ ਦੀ ਪਰਿਭਾਸ਼ਾ ਦੇਣ ਦੇ ਵਿੱਚ, ਤਾਂ ਉਹ ਨੇ ਡਾਕਟਰ ਸਵਿੰਦਰ ਸਿੰਘ ਉੱਪਲ, ਠੀਕ ਹੈ ਜੀ। ਇਸ ਤੋਂ ਬਾਅਦ ਜੇ ਗੱਲ ਕਰੀਏ ਨਿੱਕੀ ਕਹਾਣੀ ਦੇ ਤੱਤਾਂ ਬਾਰੇ, ਵੈਸੇ ਤਾਂ ਕਾਫੀ ਤੱਤ ਨੇ ਪਰ ਮੁੱਖ 6 ਮੰਨੇ ਜਾਂਦੇ ਨੇ। ਇਸ ਦੇ ਗੋਂਦ, ਜੋ ਇਸ ਦੀ ਜਨਜਾਣ ਹੁੰਦੀ ਹੈ, ਠੀਕ ਹੈ, ਜਿਸ ਦੇ ਵਿੱਚ ਕਹਾਣੀ ਹੈ ਜਿਹੜੀ ਉਹ ਅੱਗੇ ਵੱਧਦੀ ਰਹਿੰਦੀ ਹੈ। ਚਰਿੱਤਰ ਚਿਤਰਨ, ਜੋ ਪਾਤਰ ਨੇ ਉਹਨਾਂ ਦੇ ਸੁਭਾਅ ਬਾਰੇ, ਠੀਕ ਹੈ, ਉਹਨਾਂ ਦਾ ਕੀ ਕਾਰਜ ਹੈ ਕਹਾਣੀ ਦੇ ਵਿੱਚ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰਸਾਉਣਾ, ਉਹਨਾਂ ਦੀ ਸ਼ਖਸੀਅਤ ਦੇ ਪੱਖ ਜੋ ਸਾਡੇ ਸਾਹਮਣੇ ਆਉਂਦੇ ਨੇ ਪੜ੍ਹਦੇ ਸਮੇਂ ਕਹਾਣੀ ਨੂੰ,
ਤਾਂ ਉਹ ਹੈ ਚਰਿੱਤਰ ਚਿਤਰਨ। ਇਸ ਤੋਂ ਬਾਅਦ ਵਾਰਤਾਲਾਪ ਅਜਿਹੇ ਹੁੰਦੇ ਆ ਜੋ ਕਹਾਣੀ ਨੂੰ ਅੱਗੇ ਵਧਾਉਂਦੇ ਆ। ਜੇ ਵਾਰਤਾਲਾਪ ਨਹੀਂ ਹੋਣਗੇ ਤਾਂ ਕਹਾਣੀ ਅੱਗੇ ਨਹੀਂ ਵਧੇਗੀ। ਰਵਾਨਗੀ ਨੂੰ ਕਾਇਮ ਰੱਖਣ ਦੇ ਲਈ, ਨਿੱਕੀ ਕਹਾਣੀ ਦੀ ਰਵਾਨਗੀ ਨੂੰ ਅੱਗੇ ਵਧਾਉਣ ਦੇ ਲਈ ਜ਼ਰੂਰੀ ਨੇ ਵਾਰਤਾਲਾਪ। ਇਸ ਤੋਂ ਬਾਅਦ ਜੋ ਵਾਤਾਵਰਨ ਹੈ, ਵਾਤਾਵਰਨ ਸਜੀਵ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਭਾਸ਼ਾ ਅਤੇ ਸ਼ੈਲੀ, ਇਹ ਜਿਹੜੇ ਦੋ ਸੰਦ ਮੰਨੇ ਜਾਂਦੇ ਆ ਸਾਹਿਤ ਰਚਨਾ ਦੇ। ਇਹ ਕੁਐਸਚਨ ਵੀ ਤੁਸੀਂ ਨੋਟ ਕਰ ਲੈਣਾ। ਸਾਹਿਤ ਰਚਨਾ ਦੇ ਸਭ ਤੋਂ ਮਹੱਤਵਪੂਰਨ ਸੰਦ ਕਿਹੜੇ ਨੇ? ਉਹ ਹੈ ਜੀ ਭਾਸ਼ਾ ਅਤੇ ਸ਼ੈਲੀ। ਅਤੇ ਹੁਣ ਜੇ ਆਪਾਂ ਗੱਲ ਕਰੀਏ ਸ਼ੈਲੀ ਦੀ, ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਦੀਆਂ ਸ਼ੈਲੀਆਂ ਹੋਣੀਆਂ ਚਾਹੀਦੀਆਂ ਅਤੇ ਸਭ ਤੋਂ ਫੇਵਰੇਟ ਕਿਹੜੀ ਹੈਗੀ, ਜ਼ਿਆਦਾ ਕਿਹੜੀ ਪਸੰਦ ਕੀਤੀ ਜਾਂਦੀ ਹੈ, ਉਹ ਹੈ ਕਥਾਤਮਿਕ। ਜੇ ਭਾਸ਼ਾ ਦੀ ਗੱਲ ਕਰੀਏ ਤਾਂ ਭਾਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਤਾਂ ਭਾਸ਼ਾ ਹੋਣੀ ਚਾਹੀਦੀ ਹੈ ਕੇਂਦਰੀ ਭਾਸ਼ਾ ਦੇ ਵਿੱਚ ਲਿਖੀ ਹੋਣੀ ਚਾਹੀਦੀ ਹੈ ਨਿੱਕੀ ਕਹਾਣੀ। ਇਸ ਤੋਂ ਬਾਅਦ ਉਦੇਸ਼ ਕਿ ਜੋ ਕਹਾਣੀਕਾਰ ਹੈ ਉਹ ਕੀ ਸਾਬਿਤ ਕਰਨਾ ਚਾਹੁੰਦਾ ਹੈ, ਕਿਸ ਤਰ੍ਹਾਂ ਦੀ ਸੋਚ ਹੈ ਜਿਹੜੀ ਉਹ ਪਾਠਕ ਦੇ ਮਨ ਦੇ ਵਿੱਚ ਵਿਕਸਿਤ ਕਰਨਾ ਚਾਹੁੰਦਾ ਜਾਂ ਕਿਸ ਸਮੱਸਿਆ ਵੱਲ ਧਿਆਨ ਦਿਵਾਉਣਾ ਚਾਹੁੰਦਾ ਹੈ, ਇਹ ਹੁੰਦਾ ਹੈ ਉਦੇਸ਼, ਜਿਸ ਨੂੰ ਮੂਹਰੇ ਰੱਖ ਕੇ ਜਿਹੜਾ ਕਹਾਣੀਕਾਰ ਹੈ ਉਹ ਨਿੱਕੀ ਕਹਾਣੀ ਦੀ ਰਚਨਾ ਕਰਦਾ ਹੈ। ਤਾਂ ਇਹ ਤੱਤ ਹੋ ਗਏ ਜੀ, 6 ਤੱਤ ਹੋ ਗਏ ਜਿਹੜੇ ਕਾਫੀ ਇੰਪੋਰਟੈਂਟ ਨੇ ਨਿੱਕੀ ਕਹਾਣੀ ਦੇ। ਇਸ ਤੋਂ ਬਾਅਦ ਕਹਾਣੀ ਦੀ ਰੀੜ੍ਹ ਦੀ ਹੱਡੀ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਉਹ ਹੈ ਪਲਾਟ, ਗੋਂਦ ਜਾਂ ਕਥਾਨਕ। ਠੀਕ ਹੈ, ਤਿੰਨੇ ਇੱਕ ਚੀਜ਼ ਦੇ ਨਾਮ ਹੈ ਜਿਸ ਦੇ ਵਿੱਚ ਜਿਹੜਾ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ, ਫਿਰ ਉਹ ਮੱਧ 'ਤੇ ਹੁੰਦੀ ਹੈ, ਫਿਰ ਉਹਦਾ ਸਿਖਰ ਹੁੰਦਾ ਅਤੇ ਫਿਰ ਅੰਤ ਹੋ ਜਾਂਦਾ ਹੈ। ਠੀਕ ਹੈ, ਤਾਂ ਇਹ ਮੰਨੀ ਜਾਂਦੀ ਹੈ ਕਹਾਣੀ ਦੀ ਰੀੜ੍ਹ ਦੀ ਹੱਡੀ। ਇਸ ਤੋਂ ਬਾਅਦ ਗੱਲ ਕਰੀਏ ਕਿ ਇਸ ਦੇ ਵਿੱਚ ਪਾਤਰ ਕਿਹੋ ਜਿਹੇ ਹੁੰਦੇ ਨੇ। ਪਾਤਰ ਆਪਾਂ ਪਹਿਲਾਂ ਹੀ ਗੱਲ ਕਰ ਲਈ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਠੀਕ ਹੈ, ਘੱਟ ਗਿਣਤੀ ਦੇ ਵਿੱਚ ਹੋਣੇ ਚਾਹੀਦੇ ਆ, ਪਰ ਕਈ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ, ਜਿਵੇਂ ਆਪਾਂ ਨੀਲੀ ਕਹਾਣੀ ਪੜ੍ਹਦੇ ਹਾਂ ਹੈ ਨਾ, ਅਤੇ ਉਸ ਦੇ ਵਿੱਚ ਜਿੱਦਾਂ ਕੋਈ ਹੋਰ ਕਹਾਣੀਆਂ ਵੀ ਨੇ, ਜਿੱਦਾਂ ਦੇ ਵਿੱਚ ਪਸ਼ੂ ਜਾਂ ਪੰਛੀ ਜਾਂ ਜਨੌਰ ਕਹਾਣੀਆਂ ਆਪਾਂ ਲਗਾ ਲੈਂਦੇ ਹਾਂ ਹੈ ਨਾ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਪੇਸ਼ ਕੀਤੇ ਜਾਂਦੇ ਨੇ ਉਹ ਪਾਤਰ, ਜੋ ਪਸ਼ੂ ਪੰਛੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਗੈਰ ਮਨੁੱਖੀ ਪਾਤਰ ਹੈ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਪੇਸ਼ ਕਰਦੇ ਹਾਂ, ਉਹ ਹੈ ਜੀ ਮਾਨਵੀਕਰਨ ਦੀ ਵਿਧੀ ਰਾਹੀਂ। ਠੀਕ ਹੈ, ਉਹਨਾਂ ਦਾ ਮਾਨਵੀਕਰਨ ਕੀਤਾ ਜਾਂਦਾ ਹੈ। ਜਦੋਂ ਪਸ਼ੂ ਪੰਛੀ ਆਪਸ ਦੇ ਵਿੱਚ ਗੱਲਾਂ ਕਰਦੇ ਨੇ, ਠੀਕ ਹੈ, ਜਾਂ ਉਹਨਾਂ ਦੇ ਜਿਹੜੇ ਥੋਟਸ ਹੈ ਉਹ ਅੱਗੇ ਰੱਖੇ ਜਾਂਦੇ ਨੇ ਪਾਠਕ ਦੇ, ਤਾਂ ਉਹਨਾਂ ਨੂੰ ਉਹ ਕਿਹੜੀ ਵਿਧੀ ਹੈਗੀ ਪੇਸ਼ ਕਰਨ ਦੀ, ਉਹ ਵਿਧੀ ਹੈ ਜੀ ਮਾਨਵੀਕਰਨ। ਠੀਕ ਹੈ, ਇਹ ਸੀਗਾ ਜੀ ਆਪਣਾ ਅੱਜ ਦਾ ਲੈਕਚਰ ਪੰਜਾਬੀ ਨਿੱਕੀ ਕਹਾਣੀ ਉੱਤੇ। ਆਸ ਹੈ ਕਿ ਤੁਹਾਡੇ ਨਿੱਕੀ ਕਹਾਣੀ ਨਾਲ ਸੰਬੰਧਿਤ ਸਾਰੇ ਪ੍ਰਸ਼ਨਾਂ ਦਾ ਹੱਲ ਹੋ ਗਿਆ ਹੋਵੇਗਾ। ਜੇਕਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਅਤੇ ਲਾਈਕ ਕਰਕੇ ਤੁਸੀਂ ਦੱਸਣਾ ਹੈ, ਅਤੇ ਜੇਕਰ ਤੁਹਾਨੂੰ ਸਾਡਾ ਇਹ ਯਤਨ ਪਸੰਦ ਆ ਰਿਹਾ ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਅਤੇ ਆਪਣੀ ਰਾਏ ਮੈਨੂੰ ਜ਼ਰੂਰ ਦੇਣੀ ਹੈ ਕਿ ਤੁਹਾਨੂੰ ਇਹ ਲੈਕਚਰ ਕਿਸ ਤਰ੍ਹਾਂ ਦਾ ਲੱਗਿਆ, ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲੇ ਅਤੇ ਅਸੀਂ ਅੱਗੇ ਵਾਸਤੇ ਹੋਰ ਤੋਂ ਹੋਰ ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆ ਸਕੀਏ।